What's up, folks? ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ? I hope you guys are doing well. I'm Harbinder Chahal and you guys are on Excel IELTS. Excel IELTS ਤੁਹਾਨੂੰ ਹੈਲਪ ਕਰੂਗਾ ਤੁਹਾਡੇ ਬੈਂਡ ਸਕੋਰ ਦਿਵਾਉਣ ਦੇ ਵਿੱਚ ਬਹੁਤ ਜਲਦੀ ਤੇ ਬਹੁਤ ਇਫੈਕਟਿਵਲੀ। ਬਿਲੀਵ ਮੀ, ਸਟੇ ਟਿਊਨਡ, ਫਰਕ ਤੁਸੀਂ ਆਪਦੀ IELTS ਦੇ ਵਿੱਚ ਆਪ ਦੇਖੋਗੇ। ਓਕੇ, ਸੋ ਮੈਂ ਜ਼ਿਆਦਾ ਟਾਈਮ ਨਹੀਂ ਵੇਸਟ ਕਰੂੰਗਾ, ਸਟ੍ਰੇਟ ਅਵੇ ਜੰਪ ਕਰੂੰਗਾ ਕਿਊ ਕਾਰਡ ਦੇ ਉੱਪਰ। ਕਿਊ ਕਾਰਡ ਹੈਗਾ ਜਿਹੜਾ ਉਹ ਹੈਗਾ ਸਟਰੀਟ ਮਾਰਕੀਟ ਇਨ ਯੋਰ ਸਿਟੀ ਜਾਂ ਫਿਰ ਸਟਰੀਟ ਮਾਰਕੀਟ ਯੂ ਵਿਜ਼ਿਟਡ। ਹੁਣ ਸਟਰੀਟ ਮਾਰਕੀਟਸ ਦੇ ਵਿੱਚ ਤੁਸੀਂ ਬਹੁਤ ਸਾਰੀਆਂ 'ਚ ਗਏ ਹੋ, ਪਰ ਜਿਹੜਾ ਕਿਊ ਕਾਰਡ ਪਹਿਲਾਂ ਵੀ ਤੁਸੀਂ ਸ਼ਾਇਦ ਬਹੁਤ ਸਾਰੇ ਕਿਊ ਕਾਰਡ ਪੜ੍ਹੇ ਹੋਣਗੇ ਸਟਰੀਟ ਮਾਰਕੀਟ ਦੇ ਉੱਪਰ। ਕੋਈ ਕਹਿ ਦੂਗਾ ਜੀ ਮੇਰੇ ਸ਼ਹਿਰ ਦੇ ਵਿੱਚ ਹੈ, ਕੋਈ ਕਹਿ ਦੂਗਾ ਇਸ ਸੈਕਟਰ ਦੇ ਵਿੱਚ ਹੈ। ਇਟ ਡਜ਼ਨਟ ਮੈਟਰ, ਕਾਮਨ ਜਿਹੀਆਂ ਚੀਜ਼ਾਂ ਨੇਗੀਆਂ। ਇਹ ਕਿਊ ਕਾਰਡ ਥੋੜ੍ਹਾ ਜਿਹਾ ਡਿਫਰੈਂਟ ਹੈਗਾ ਬਾਕੀਆਂ ਨਾਲੋਂ, ਕਿਉਂਕਿ ਇਹਦੇ ਵਿੱਚ ਜਿਹੜੀ ਸਟਰੀਟ ਮਾਰਕੀਟ ਆਪਾਂ ਡਿਸਕ੍ਰਾਈਬ ਕਰਨ ਜਾ ਰਹੇ ਹੈਗੇ ਉਹ ਦੁਨੀਆ 'ਚ ਸ਼ਾਇਦ ਹੀ ਕਿਤੇ ਵੇਖਣ ਨੂੰ ਮਿਲਿਆ ਇਹੋ ਜਿਹੀ ਸਟਰੀਟ ਮਾਰਕੀਟ ਜਿਹੋ ਜਿਹੀ ਆਪਾਂ ਇਸ ਕਿਊ ਕਾਰਡ ਦੇ ਵਿੱਚ ਡਿਸਕ੍ਰਾਈਬ ਕਰਨ ਜਾ ਰਹੇ ਹਾਂ। ਤੇ ਤੁਹਾਨੂੰ ਸਿਰਫ ਤੁਹਾਡੀ ਇੰਗਲਿਸ਼ ਦੇ ਨਾਲ ਨਾਲ ਤੁਹਾਡੇ ਆਈਡੀਆਜ਼ ਵੀ ਕਿਤੇ ਨਾ ਕਿਤੇ ਦੇਖੇ ਜਾਂਦੇ ਕਿ ਉਹ ਕਿੰਨੇ ਕੁ ਜੈਨੂਇਨ ਹੈਗੇ। ਤੇ ਜੇ ਇਹੋ ਜਿਹਾ ਇੱਕ ਜੈਨੂਇਨ ਆਈਡੀਆ ਯੂਜ਼ ਕਰੋਗੇ ਤਾਂ ਬਿਲੀਵ ਮੀ, ਜੇ ਤੁਸੀਂ ਕਿਤੇ ਨਾ ਕਿਤੇ ਇੰਗਲਿਸ਼ ਦੇ ਵਿੱਚ ਭਾਵੇਂ ਮਿਸਟੇਕਸ ਵੀ ਕਰ ਜਾਓਗੇ ਨਾ, ਸਟਿਲ ਯੂ ਕੈਨ ਸਕੋਰ ਵੈਰੀ ਵੈਲ, ਬਿਲੀਵ ਮੀ। Okay, ज़्यादा टाइम नहीं वेस्ट करांगे, we'll straight away jump to the cue card. Okay, now the cue card is describe a street market in your city. Where is it? What can you buy there? What is it famous for? How you felt about it? Okay, या फिर describe a time when you visited a street market, when it was, कदों गए सीगे, where you were, कित्थे सीगे, what you bought, की खरीदया, ਹਾਊ ਯੂ ਫੈਲਟ ਅਬਾਊਟ ਇਟ, ਤੁਹਾਨੂੰ ਕਿਵੇਂ ਫੀਲ ਹੋਇਆ ਇਹਦੇ ਬਾਰੇ। ਓਕੇ, ਹੁਣ ਜਿਹੜੀ ਸਟਰੀਟ ਮਾਰਕੀਟ ਆਪਾਂ ਅੱਜ ਡਿਸਕਸ ਕਰਨ ਜਾ ਰਹੇ ਹਾਂਗੇ ਉਹ ਥੋੜ੍ਹੀ ਜਿਹੀ ਯੂਨੀਕ ਹੈਗੀ, ਕਿਉਂਕਿ ਉਹੀ ਜਿਹੀ ਸਟਰੀਟ ਮਾਰਕੀਟ ਹੈ ਨਹੀਂ ਕਿਤੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ, ਉਹ ਕਿਹੜੀ ਹੈਗੀ? ਦਿਸ ਇਜ਼ ਦ ਸਟਰੀਟ ਮਾਰਕੀਟ। ਇਹ ਰਿਐਲਿਟੀ ਦੇ ਵਿੱਚ ਇੱਕ ਸਟਰੀਟ ਮਾਰਕੀਟ ਹੈਗੀ ਰਾਜਸਥਾਨ ਦੇ ਜੈਸਲਮੇਰ ਸ਼ਹਿਰ ਦੇ ਵਿੱਚ। ਜੇ ਤੁਸੀਂ ਜਾਓਗੇ ਤਾਂ ਉੱਥੇ ਇੱਕ ਫੋਰਟ ਹੈਗਾ, ਗੋਲਡਨ ਫੋਰਟ, ਤੇ ਉਹਦੇ ਵਿੱਚ ਹੀ ਜਿਹੜੀ ਮਾਰਕੀਟ ਹੈਗੀ ਉਹ ਗੋਲਡਨ ਫੋਰਟ ਮਾਰਕੀਟ ਹੈ। ਜਿਹੜੀ ਇਮੇਜ ਤੁਸੀਂ ਦੇਖ ਰਹੇ ਹੋਗੇ ਇਹ ਉਸ ਫੋਰਟ ਦੀ ਐਂਟਰੀ ਗੇਟ ਹੈਗਾ, ਐਂਟਰੀ ਹੈਗੀ ਇੱਥੋਂ। ਸੋ ਇਹ ਇਹਦੇ ਅੰਦਰ ਹੀ ਹੈ ਉਹ ਮਾਰਕੀਟ, ਠੀਕ ਆ। ਇਮੇਜਸ ਮੈਂ ਇਸ ਕਰਕੇ ਯੂਜ਼ ਕਰ ਰਿਹਾ ਕਿਉਂਕਿ ਇਮੇਜ ਦੇਖ ਕੇ ਕਿਸੇ ਵੀ ਇਨਸਾਨ ਨੂੰ ਜ਼ਿਆਦਾ ਟਾਈਮ ਚੀਜ਼ ਯਾਦ ਰਹਿੰਦੀ ਹੈ ਤੇ ਜੋ ਵੀ ਉਹ ਸੁਣਦਾ ਹੈਗਾ ਉਹਦਾ ਪ੍ਰਭਾਵ ਜ਼ਿਆਦਾ ਰਹਿੰਦਾ। ਦੈਟ ਇਜ਼ ਵਾਈ ਆਈ ਯੂਜ਼ ਇਮੇਜਸ। ਓਕੇ, ਸੋ ਦਿਸ ਇਜ਼ ਹਾਊ ਦ ਓਵਰਵਿਊ ਔਰ ਲੈਟਸ ਸੇ ਦ ਫਰੰਟ ਵਿਊ ਆਫ ਦਿਸ ਮਾਰਕੀਟ। ਇਹ ਸਾਹਮਣੇ ਤੋਂ ਇਹੋ ਜਿਹੀ ਲੱਗਦੀ ਹੈਗੀ। ਨਾਓ ਵੀਲ ਸਟਾਰਟ ਵਿਦ ਦ ਕਿਊ ਕਾਰਡ। ਹੁਣ ਇੱਕ ਹੋਰ ਗੱਲ ਹੈਗੀ, ਮੈਂ ਦੱਸ ਦੇਵਾਂ। ਕੁਛ ਲੋਕ ਇਹ ਸੋਚਣਗੇ ਕਿ ਸਟਰੀਟ ਮਾਰਕੀਟ ਇਨ ਯੂਰ ਸਿਟੀ, ਹੁਣ ਹਰ ਇੱਕ ਬੰਦਾ ਜੈਸਲਮੇਰ ਦਾ ਨਹੀਂ ਹੈ ਤਾਂ ਉਹਨਾਂ ਦੇ ਸਿਟੀ ਦੀ ਨਹੀਂ ਹੈਗੀ। ਬਟ ਡੋਂਟ ਵਰੀ, ਦੂਸਰਾ ਕਿਊ ਕਾਰਡ ਪੜ੍ਹ ਲਓ, ਵੈਨ ਯੂ ਵਿਜ਼ਿਟਡ ਅ ਸਟਰੀਟ ਮਾਰਕੀਟ। ਸੋ ਆਪਾਂ ਮੇਨਲੀ ਇਸ ਚੀਜ਼ ਦਾ ਆਨਸਰ ਕਰਨ ਜਾ ਰਹੇ ਹਾਂ ਕਿ ਜਦੋਂ ਆਪਾਂ ਕਿਸੇ ਸਟਰੀਟ ਮਾਰਕੀਟ ਦੇ ਵਿੱਚ ਵਿਜ਼ਿਟ ਕੀਤਾ ਸੀ। ਹੁਣ ਮੰਨ ਲਓ ਜੇ ਤੁਹਾਨੂੰ ਕੁਐਸਚਨ ਆਉਂਦਾ ਗਾ ਰਾਜੇ ਕਿ ਤੁਸੀਂ ਜਿਹੜੀ ਸਟਰੀਟ ਮਾਰਕੀਟ ਦੇ ਵਿੱਚ ਗਏ ਹੋ ਉਹ ਤੁਹਾਡੇ ਸ਼ਹਿਰ ਦੀ ਹੋਈ ਹੈਗੀ, ਲਾਈਕ ਠੀਕ ਹੈ, ਸਟਰੀਟ ਮਾਰਕੀਟ ਇਨ ਯੋਰ ਸਿਟੀ। ਤੁਸੀਂ ਇਹ ਕਹਿ ਸਕਦੇ ਹੋਗੇ ਵੈਲ ਆਈ ਹੈਵਨਟ ਬੀਨ ਟੂ ਸਟਰੀਟ ਮਾਰਕੀਟ ਇਨ ਮਾਈ ਸਿਟੀ ਔਰ ਆਈ ਡੋਂਟ ਰਿਮਾਈਂਡ ਆਫ ਇਨ ਸਟਰੀਟ ਮਾਰਕੀਟ ਆਫ ਮਾਈ ਸਿਟੀ, ਬਟ ਹੇਅਰ ਆਈ ਵੁੱਡ ਲਾਈਕ ਟੂ ਟਾਕ ਵਨ ਅਮੇਜ਼ਿੰਗ ਸਟਰੀਟ ਮਾਰਕੀਟ ਦੈਟ ਆਈ ਵਿਜ਼ਿਟਡ ਇਨ ਜੈਸਲਮੇਰ। ਤੁਸੀਂ ਸਟਰੀਟ ਮਾਰਕੀਟ ਬਾਰੇ ਗੱਲ ਕਰਨੀ ਹੈ, ਜੇ ਤੁਹਾਡੇ ਸ਼ਹਿਰ ਦੀ ਨਾ ਹੋ ਕੇ ਉਹ ਕਿਸੇ ਦੂਸਰੇ ਸ਼ਹਿਰ ਦੀ ਹੈਗੀ ਤਾਂ ਵੀ ਉਸ ਚੀਜ਼ ਦਾ ਕੋਈ ਫਰਕ ਨਹੀਂ ਪਊਗਾ। ਤੁਹਾਨੂੰ ਬੈਂਡ ਸਕੋਰ ਆ ਜਿਹੜਾ ਉਹ ਓਨਾ ਹੀ ਮਿਲੂਗਾ ਤੁਹਾਡੀ ਇੰਗਲਿਸ਼ ਦੇ ਬਿਹਾਫ ਤੇ ਤੁਹਾਡੇ ਆਈਡੀਆਜ਼ ਦੇ ਬਿਹਾਫ ਤੇ। ਬਿਲੀਵ ਮੀ, ਮੈਂ ਤੁਹਾਨੂੰ ਇਹ ਗੱਲ ਗਰੰਟੀ ਨਾਲ ਕਹਿ ਸਕਦਾ ਬਿਕਾਜ਼ ਆਈ ਹੈਵ ਗੋਟ 9 ਬੈਂਡਸ ਇਨ ਸਪੀਕਿੰਗ। ਤੁਸੀਂ ਚੈੱਕ ਕਰ ਲਓ ਮੇਰਾ ਚੈਨਲ ਆਰਟ, ਯੂ ਵਿਲ ਗੈਟ ਮਾਈ ਬੈਂਡ ਸਕੋਰ ਓਵਰ ਦੇਅਰ। ਓਕੇ, ਸੋ ਲੈਟਸ ਸਟਾਰਟ। ਵੈਲ, ਸਟਰੀਟ ਮਾਰਕੀਟਸ ਆਰ ਕੁਆਇਟ ਕਾਮਨ ਇਨ ਇੰਡੀਆ ਐਂਡ ਕੈਨ ਬੀ ਫਾਊਂਡ ਇਨ ਆਲਮੋਸਟ ਐਵਰੀ ਸਿਟੀ। ਬਹੁਤ ਕਾਮਨ ਨੇਗੀਆਂ ਇੰਡੀਆ ਦੇ ਵਿੱਚ ਤੇ ਤਕਰੀਬਨ ਹਰੇਕ ਸਿਟੀ ਦੇ ਵਿੱਚ ਪਾਈਆਂ ਜਾ ਸਕਦੀਆਂ ਨੇਗੀਆਂ। ਵਾਈਲ ਮੋਸਟ ਆਫ ਦ ਇੰਡੀਅਨ ਸਟਰੀਟ ਮਾਰਕੀਟਸ ਆਰ ਨੋਟੋਰੀਅਸ ਔਰ ਇਨਫੇਮਸ, ਮਤਲਬ ਜ਼ਿਆਦਾਤਰ ਸਟਰੀਟ ਮਾਰਕੀਟਸ ਨੇ ਜਿਹੜੀਆਂ ਉਹ ਨੋਟੋਰੀਅਸ ਨੇ ਜਾਂ ਇਨਫੇਮਸ ਨੇ, ਬਦਨਾਮ ਨੇ, ਜਿਹਨੂੰ ਆਪਾਂ ਕਹਿ ਸਕਦੇ ਹਾਂ। ਨੋਟੋਰੀਅਸ ਜਾਂ ਇਨਫੇਮਸ ਕੋਈ ਵੀ ਵਰਡ ਬੋਲ ਸਕਦੇ ਹੋਗੇ। ਓਕੇ, ਬਦਨਾਮ ਨੇ ਫॉर ਲੋ ਕੁਆਲਿਟੀ ਐਂਡ ਕਾਊਂਟਰਫੀਟ ਗੁੱਡਸ। ਇਹਦੇ ਲਈ ਲੋ ਕੁਆਲਿਟੀ ਤੇ ਕਾਊਂਟਰਫੀਟ ਗੁੱਡਸ ਦੇ ਲਈ, ਮਤਲਬ ਜਿਹੜੇ ਸਟਰੀਟ ਮਾਰਕੀਟ ਦੇ ਵਿੱਚ ਪ੍ਰੋਡਕਟਸ ਮਿਲਦੇ ਜ਼ਿਆਦਾਤਰ ਉਹ ਘਟੀਆ ਕੁਆਲਿਟੀ ਦੇ ਹੁੰਦੇ ਹੈਗੇ ਤੇ ਕਾਊਂਟਰਫੀਟ ਹੁੰਦੇ ਹੈਗੇ, ਮਤਲਬ ਕਿ ਨਕਲੀ ਹੁੰਦੇ ਹੈ, ਕਾਪੀ ਬਣਾਈ ਹੁੰਦੀ ਹੈ ਕਿਸੇ ਵੀ ਬ੍ਰਾਂਡਡ ਚੀਜ਼ ਦੀ ਕਾਪੀ ਹੈ ਜਿਹੜੀ, ਉਹ ਕਾਊਂਟਰਫੀਟ ਗੁੱਡਸ ਕਹਿ ਦਿੰਦੇ ਆ ਉਹਨਾਂ ਨੂੰ, ਠੀਕ ਹੈ। ਹੇਅਰ ਆਈ ਐਮ ਗੋਇੰਗ ਟੂ ਅਪਰਾਈਜ਼ ਯੂ ਆਫ। ਹੁਣ ਇਹ ਬੜੀ ਇੰਪੋਰਟੈਂਟ ਲਾਈਨ ਹੈਗੀ ਦੈਟ ਆਈ ਵੁੱਡ ਲਾਈਕ ਟੂ ਅੰਡਰਲਾਈਨ ਓਵਰ ਹੇਅਰ। ਹੇਅਰ ਆਈ ਐਮ ਗੋਇੰਗ ਟੂ ਅਪਰਾਈਜ਼ ਯੂ ਆਫ। ਹੁਣ ਜ਼ਿਆਦਾਤਰ ਕਿ 99% ਸਟੂਡੈਂਟਸ ਇਹੀ ਬੋਲਦੇ ਹੈਗੇ ਕਿ ਆਈ ਐਮ ਗੋਇੰਗ ਟੂ ਟਾਕ ਅਬਾਊਟ, ਜੋ ਕਿ ਮੈਂ ਬ੍ਰੈਕਟ ਦੇ ਵਿੱਚ ਇੱਥੇ ਐਡ ਵੀ ਕੀਤਾ ਹੋਏਗਾ, ਠੀਕ ਹੈ। ਪਰ ਟਾਕ ਅਬਾਊਟ ਦੀ ਪ੍ਰੋਬਲਮ ਇਹ ਹੈਗੀ ਰਾਜੇ, ਟਾਕ ਅਬਾਊਟ ਹਰ ਕੋਈ ਸਟੂਡੈਂਟ ਬੋਲੂਗਾ।
ਇਫ ਯੂ ਵਾਂਟ ਟੂ ਸਾਊਂਡ ਅ ਬਿਟ ਡਿਫਰੈਂਟ, ਤੁਸੀਂ ਚਾਹੁੰਦੇ ਹੋ ਕਿ ਐਗਜ਼ਾਮੀਨਰ ਨੂੰ ਇਹ ਲੱਗੇ ਕਿ ਹਾਂ ਕੁਝ ਡਿਫਰੈਂਟ ਬੋਲ ਰਿਹਾ ਹੈਗਾ ਉਹ, ਤੇ ਐਗਜ਼ਾਮੀਨਰ ਤੁਹਾਡੀ ਗੱਲ ਧਿਆਨ ਨਾਲ ਵੀ ਸੁਣੂਗਾ ਕਿਉਂਕਿ ਉਹ ਰਟੀਆਂ ਰਟਾਈਆਂ ਚੀਜ਼ਾਂ ਸੁਣ ਕੇ ਅੱਕ ਚੁੱਕਿਆ, ਉਹਨਾਂ ਨੂੰ ਕੁਝ ਡਿਫਰੈਂਟ ਦੇਣਾਗਾ। ਪਲੀਜ਼ ਕੀਪ ਦਿਸ ਥਿੰਗ ਇਨ ਮਾਈਂਡ। ਸੋ ਉਹਦੇ ਵਿੱਚ ਆ ਜਾਊਗਾ ਕਿ ਹੇਅਰ ਆਈ ਐਮ ਗੋਇੰਗ ਟੂ ਅਪਰਾਈਜ਼ ਯੂ ਆਫ, ਓਕੇ, ਟਾਕ ਅਬਾਊਟ ਦੀ ਜਗ੍ਹਾ ਤੇ ਅਪਰਾਈਜ਼ ਯੂ ਆਫ। ਤੇ ਇੱਕ ਗੱਲ ਦਾ ਧਿਆਨ ਰੱਖਿਓ ਪਲੀਜ਼, ਇਹ 3 ਵਰਡ ਐਜ਼ ਇਟ ਇਜ਼ ਹੀ ਆਉਣਗੇ, ਅਪਰਾਈਜ਼ ਯੂ, ਤੇ ਇਹਦੇ ਨਾਲ ਆਫ ਹੀ ਆਊਗਾ, ਅਬਾਊਟ ਨਹੀਂ ਆ ਸਕਦਾ, ਇਹ ਆਫ ਹੀ ਰਹੂਗਾ। ਪਲੀਜ਼ ਕੀਪ ਦਿਸ ਥਿੰਗ ਇਨ ਮਾਈਂਡ। ਅਪਰਾਈਜ਼ ਯੂ ਆਫ one such exceptional, extraordinary ਜਾਂ outstanding street market, ਇੱਕ ਇਹੋ ਜਿਹੀ, one such ਦਾ ਮਤਲਬ ਇੱਕ ਇਹੋ ਜਿਹੀ, exceptional, extraordinary, outstanding ਮਤਲਬ ਬਹੁਤ ਹੀ ਜ਼ਿਆਦਾ ਵਧੀਆ street market, which is inside a fort, ਜਿਹੜੀ ਕਿ ਇੱਕ ਕਿਲੇ ਦੇ ਅੰਦਰ ਹੈ। ਜਿਵੇਂ ਕਿ ਮੈਂ ਤੁਹਾਨੂੰ ਇਮੇਜ ਦਿਖਾਈ ਹੈ, ਇਸ ਕਿਲੇ ਦੇ ਅੰਦਰ ਹੈ ਇਹ ਮਾਰਕੀਟ, ਓਕੇ। and it largely sells traditional handlooms and handicrafts, ਇਹ ਜ਼ਿਆਦਾਤਰ ਹੈਂਡੀਕ੍ਰਾਫਟ ਤੇ ਹੈਂਡਲੂਮ ਹੈਗੇ ਜਿਹੜੇ, ਉਹਨਾਂ ਨੂੰ ਵੇਚਦੇ ਆ। ਹੈਂਡਲੂਮ ਹੁੰਦੇ ਜਿਹੜੇ ਹੱਥ ਦੇ ਬਣੇ ਹੋਏ ਕੱਪੜੇ ਆਏਗੇ ਜਾਂ ਫਿਰ ਹੋਰ ਚੀਜ਼ਾਂ ਨੇਗੀਆਂ। ਹੈਂਡੀਕ੍ਰਾਫਟ ਹੱਥ ਦੀਆਂ ਬਣੀਆਂ ਹੋਈਆਂ ਕਲਾਕ੍ਰਿਤਾਂ, ਜਿਵੇਂ ਕਿ ਕੋਈ ਸਪੋਜ਼ ਛੋਟੀਆਂ ਛੋਟੀਆਂ ਮੂਰਤੀਆਂ ਨੇਗੀਆਂ ਜਾਂ ਕੋਈ ਹੋਰ ਚੀਜ਼ ਹੈਗੀ ਹੱਥ ਦੀ ਬਣੀ ਹੋਈ, ਠੀਕ ਹੈ। ਇਹ ਜਿਹੜਾ ਹੈਂਡ ਇਹਨਾਂ ਦੋਨਾਂ ਦੇ ਨਾਮ ਨਾਲ ਲੱਗਦਾ, ਹੈਂਡਲੂਮਸ ਤੇ ਹੈਂਡੀਕ੍ਰਾਫਟ ਨਾਲ, ਇਹਦਾ ਮਤਲਬ ਇਹ ਹੈ ਕਿ ਹੱਥ ਤੋਂ ਬਣੀਆਂ ਹੋਈਆਂ ਚੀਜ਼ਾਂ। ਬਸ ਹੈਂਡਲੂਮਸ ਹੈ ਜਿਹੜਾ ਉਹ ਕੱਪੜੇ ਦੀ ਕੈਟੇਗਰੀ ਦੇ ਜਿੰਨੀ ਵੀ ਚੀਜ਼ਾਂ ਨੇ ਹੱਥ ਤੋਂ ਬਣਦੀਆਂ ਨੇਗੀਆਂ, ਜਿਵੇਂ ਆਪਣੇ ਪਿੰਡਾਂ ਦੇ ਵਿੱਚ ਦਰੀਆਂ ਵੀ ਬਣਾਉਂਦੇ ਹੁੰਦੇ ਸੀ, ਦੈਟ ਇਜ਼ ਆਲਸੋ ਹੈਂਡਲੂਮ। ਓਕੇ, ਲੈਟਸ ਪ੍ਰੋਸੀਡ। ਲਾਸਟ ਈਅਰ ਇਨ ਜਨਵਰੀ, ਪਿਛਲੇ ਸਾਲ ਜਨਵਰੀ ਦੇ ਵਿੱਚ, ਆਈ ਵੈਂਟ ਔਨ ਅ ਰੀਯੂਨੀਅਨ ਟ੍ਰਿਪ ਟੂ ਜੈਸਲਮੇਰ। ਮੈਂ ਇੱਕ ਰੀਯੂਨੀਅਨ ਟ੍ਰਿਪ ਦੇ ਉੱਪਰ ਗਿਆ ਜੈਸਲਮੇਰ ਤੇ ਜੋਧਪੁਰ ਦੇ, ਵਿਦ 3 ਆਫ ਮਾਈ ਸਕੂਲ ਫਰੈਂਡਸ, ਆਪਣੇ ਪੁਰਾਣੇ 3 ਸਕੂਲ ਫਰੈਂਡਸ ਦੇ ਨਾਲ। ਰੀਯੂਨੀਅਨ ਟ੍ਰਿਪ ਹੁੰਦਾ ਰਾਜੇ ਜਦੋਂ ਆਪਾਂ ਵਾਪਸ, ਜਿਵੇਂ ਕਿ ਜਿਹੜੇ ਸਕੂਲ ਪਾਸ ਆਊਟ ਹੋ ਚੁੱਕੇ ਜਾਂ ਕਾਲਜ ਪਾਸ ਆਊਟ ਹੋ ਚੁੱਕੇ ਸਟੂਡੈਂਟਸ, ਉਹ ਦੁਬਾਰਾ ਮਿਲਦੇ ਆ, ਦੈਟ ਇਜ਼ ਰੀਯੂਨੀਅਨ ਟ੍ਰਿਪ। ਓਕੇ, ਰੀਯੂਨੀਅਨ ਕਹਿ ਦਿੰਦੇ ਆ ਬੇਸਿਕਲੀ, ਉਹ ਆਪਾਂ ਟ੍ਰਿਪ ਤੇ ਚਲੇ ਗਏ ਤਾਂ ਉਹ ਰੀਯੂਨੀਅਨ ਟ੍ਰਿਪ ਬਣ ਗਿਆ। ਮਾਈ ਸਕੂਲ ਫਰੈਂਡਸ ਐਂਡ ਆਈ ਵਾਜ਼ ਵੈਰੀ ਐਕਸਾਈਟਿਡ ਅਬਾਊਟ ਦਿਸ ਜਰਨੀ, ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਸੀਗੀ ਇਸ ਜਰਨੀ ਨੂੰ ਲੈ ਕੇ। It took us a whole day to reach ਜੈਸਲਮੇਰ, ਸਾਨੂੰ ਜੈਸਲਮੇਰ ਜਾਣ ਦੇ ਲਈ ਪੂਰਾ ਇੱਕ ਦਿਨ ਲੱਗ ਗਿਆ। We reached there in the evening and next day, ਅਸੀਂ ਉੱਥੇ evening ਪਹੁੰਚੇ ਤੇ ਅਗਲੇ ਦਿਨ, ਉਸ ਤੋਂ ਬਾਅਦ ਅਗਲੇ ਦਿਨ we decided to explore the city, ਤੇ ਅਸੀਂ explore ਕਰਨ ਦਾ ਮਤਲਬ ਸਿਟੀ ਨੂੰ ਘੁੰਮਣ ਦਾ ਫੈਸਲਾ ਲਿਆ। The most popular tourist spot in ਜੈਸਲਮੇਰ, ਜਿਹੜੀ ਸਭ ਤੋਂ ਪਪੂਲਰ ਟੂਰਿਸਟ ਸਪੌਟ ਹੈਗੀ ਜਿਹੜੀ, ਉਹ ਹੈਗੀ ਜੈਸਲਮੇਰ ਫੋਰਟ, also known as golden fort, ਜਿਹਨੂੰ ਕਿ golden fort ਵੀ ਕਿਹਾ ਜਾਂਦਾ, ਉਹਦਾ ਦੂਸਰਾ ਨਾਮ ਹੈ। and inside it is the golden fort market, ਤੇ ਇਹਦੇ ਵਿੱਚ ਹੈਗੀ ਜਿਹੜੀ golden fort market ਹੈਗੀ। ਹੁਣ ਤੁਸੀਂ ਇਸ ਚੀਜ਼ ਨੂੰ ਧਿਆਨ ਲਓ ਕਿ ਆਪਾਂ ਸਟੈਪ ਬਾਈ ਸਟੈਪ ਸਟੋਰੀ ਅੱਗੇ ਵਧਾ ਰਹੇ ਹਾਂਗੇ, ਇੱਕ ਚੀਜ਼ ਦੱਸੀ ਆਪਾਂ, ਉਸ ਤੋਂ ਬਾਅਦ ਦੂਸਰੀ ਚੀਜ਼ ਦੱਸੀ, ਓਕੇ। ਸੋ ਹੁਣ ਆਪਾਂ ਗੱਲ ਸ਼ੁਰੂ ਕੀਤੀ ਹੈ golden fort market ਦੀ। the most intriguing ਜਾਂ ਫਿਰ ਇੰਟਰਸਟਿੰਗ, ਦੋਨਾਂ ਦਾ ਮੀਨਿੰਗ ਇੱਕੋ ਹੀ ਅਗਰ ਅਜੇ, ਇੰਟਰੀਗਿੰਗ ਜਾਂ ਇੰਟਰਸਟਿੰਗ ਕੋਈ ਵੀ ਵਰਡ ਯੂਜ਼ ਕਰ ਸਕਦੇ ਹੋ। Think about the fort is that, ਸਭ ਤੋਂ ਵਧੀਆ ਚੀਜ਼ ਹੈਗੀ ਜਿਹੜੀ ਫੋਰਟ ਦੇ ਬਾਰੇ, ਉਹ ਇਹ ਹੈ ਕਿ it is one of the very few living forts, okay, ਇਹ ਬਹੁਤ ਥੋੜੇ ਲਿਵਿੰਗ ਫੋਰਟਸ ਦੇ ਵਿੱਚੋਂ ਆਗਾ ਦੁਨੀਆ ਦੇ ਵਿੱਚ, ਲਿਵਿੰਗ ਫੋਰਟਸ ਇਨ ਦ ਵਰਲਡ। ਲਿਵਿੰਗ ਫੋਰਟ ਹੁੰਦਾ ਮਤਲਬ ਜਿੱਥੇ ਲੋਕ ਹਜੇ ਵੀ ਰਹਿ ਰਹੇ ਹੈਗੇ। ਸੋ ਇਹ ਦੁਨੀਆ ਦੇ ਬਹੁਤ ਗਿਣੇ ਚੁਣੇ ਫੋਰਟਸ ਦੇ ਵਿੱਚੋਂ ਆਗਾ ਜਿਹਦੇ ਵਿੱਚ ਹਜੇ ਵੀ ਲੋਕ ਰਹਿੰਦੇ ਆ। ਜੀ ਹਾਂ, ਜੈਸਲਮੇਰ ਦਾ ਜਿਹੜਾ ਗੋਲਡਨ ਫੋਰਟ ਕਿਲਾ ਹੈ, ਉਹਦੇ ਵਿੱਚ ਹਜੇ ਵੀ ਲੋਕ ਰਹਿੰਦੇ ਹੈਗੇ। few living forts in the world, as nearly 1/4 of the old city's population, ਤਕਰੀਬਨ 1/4 ਮਤਲਬ 25% ਜਿਹੜੀ 올ਡ ਸਿਟੀ ਦੀ ਪੋਪੂਲੇਸ਼ਨ ਹੈ, ਪੁਰਾਣਾ ਸ਼ਹਿਰ ਹੈ ਜਿਹੜਾ ਜੈਸਲਮੇਰ, ਦੀ ਪੋਪੂਲੇਸ਼ਨ ਹੈਗੀ, ਉਹ ਹਜੇ ਵੀ ਵਿਦਨ ਦ ਫੋਰਟ, ਮਤਲਬ ਫੋਰਟ ਦੇ ਅੰਦਰ ਹੀ ਰਹਿੰਦੀ ਹੈਗੀ। ਸਟਿਲ resides ਜਾਂ ਫਿਰ ਸਟਿਲ ਲਿਵਸ ਵਿਦਨ ਦ ਫੋਰਟ, ਹਜੇ ਵੀ ਉਹ ਲੋਕ ਕਿਲੇ ਦੇ ਅੰਦਰ ਹੀ ਰਹਿੰਦੇ ਹੈਗੇ। ਓਕੇ, ਸੋ these are some of the images from the inside, ਇਹ ਕਿਲੇ ਦੀਆਂ ਕੁਝ ਅੰਦਰ ਦੀਆਂ ਤਸਵੀਰਾਂ ਨੇਗੀਆਂ, ਤੁਸੀਂ ਦੇਖ ਸਕਦੇ ਹੋ। ਮਾਰਕੀਟ, ਕੱਪੜੇ ਜਿਹੜੇ ਹੈਗੇ ਹੈਂਡਲੂਮ ਦੀ ਕੈਟੇਗਰੀ ਚ ਆ ਜਾਣਗੇ। ਇਹ ਜਿਹੜੀ ਮਾਰਕੀਟ ਹੈਗੀ, ਇਹ ਜੈਸਲਮੇਰ ਦੀ ਉਹੀ ਸਟਰੀਟ ਮਾਰਕੀਟ ਹੈਗੀ। ਤੇ ਤੁਸੀਂ ਕਿਸੇ ਵੀ ਹੋਰ ਸਟਰੀਟ ਮਾਰਕੀਟ ਨਾਲੋਂ ਮੈਂ ਤੁਹਾਨੂੰ ਐਡਵਾਈਸ ਕਰੂੰਗਾ ਇਹਦੇ ਬਾਰੇ ਬੋਲੋ, ਬਿਕਾਜ਼ ਇਟ ਇਜ਼ ਦ ਬੈਸਟ। ਓਕੇ, ਅੱਗੇ ਹੋਰ ਕੁਝ ਇਮੇਜਸ ਦਿਖਾਉਣਾ ਤੁਹਾਨੂੰ, ਜਿਵੇਂ ਕਿ ਆਹ ਵਾਲੀ ਇਮੇਜ ਹੈਗੀ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੈਂਡ ਬੈਗਸ ਹੈਗੇ ਜਿਹੜੇ ਇਹ ਬਣੇ ਹੋਏ ਆ, ਕੁਝ ਕੱਪੜੇ ਹੈਗੇ, ਸਾਰੇ ਹੈਂਡਲੂਮ ਦੀ ਕੈਟੇਗਰੀ ਚ ਆ ਜਾਂਦੇ ਆ। ਦੈਨ ਇੱਕ ਇਹ ਵਿਊ ਹੈਗਾ ਸਟਰੀਟ ਮਾਰਕੀਟ ਦਾ। ਓਕੇ, ਇੱਥੇ ਸਾਰੀਆਂ ਛੋਟੀਆਂ ਛੋਟੀਆਂ ਮਿਨੀਏਚਰਸ ਜਿਹਨਾਂ ਨੂੰ ਕਹਿ ਦਿੰਦੇ, ਜਾਂ ਫਿਰ ਜਿਵੇਂ ਕਿ ਹੈਂਡੀਕ੍ਰਾਫਟ ਮੈਂ ਤੁਹਾਨੂੰ ਦੱਸਿਆ ਸੀਗਾ, ਛੋਟੀਆਂ ਛੋਟੀਆਂ ਹੱਥ ਦੀਆਂ ਬਣੀਆਂ ਹੋਈਆਂ ਕਲਾਕ੍ਰਿਤਾਂ ਨੇਗੀਆਂ। ਭੀੜੀਆਂ ਭੀੜੀਆਂ ਗਲੀਆਂ ਨੇਗੀਆਂ ਇਸ ਫੋਰਟ ਦੇ ਵਿੱਚ, ਜਿੱਥੇ ਕਿ ਬਹੁਤ ਸਾਰੀਆਂ ਸ਼ਾਪਸ ਨੇ, ਹੰਡਰਡਸ ਦੇ ਵਿੱਚ। ਓਕੇ, ਲੈਟਸ ਪ੍ਰੋਸੀਡ ਵਿਦ ਅ ਕਿਊ ਕਾਰਡ। When we visited the fort, we were astonished ਜਾਂ awestruck ਜਾਂ ਫਿਰ surprised, ਤਿੰਨਾਂ ਚੋਂ ਅਗੇਨ ਕੋਈ ਵੀ ਵਰਡ ਯੂਜ਼ ਕਰ ਸਕਦੇ ਹੋ, ਜਿਹੜਾ ਤੁਹਾਨੂੰ ਬੋਲਣਾ ਸੌਖਾ ਲੱਗੇ ਉਹ ਵਰਡ ਪਿਕ ਕਰ ਲਓ ਰਾਜੇ। ਮੈਂ ਇਸੇ ਕਰਕੇ ਜ਼ਿਆਦਾ ਵਰਡਸ ਦਿੰਦਾ ਹੁੰਦਾ ਤਾਂ ਕਿ ਵੇਰੀਏਸ਼ਨ ਮਿਲ ਜੇ,
ਤੁਸੀਂ ਜਿਹੜਾ ਵੀ ਵਰਡ ਪਸੰਦ ਕਰੋਗੇ ਇਹਨਾਂ ਤਿੰਨਾਂ ਚੋਂ ਕੋਈ ਵੀ ਬੋਲ ਸਕਦੇ ਹੋ। When we visited the fort, we were astonished ਜਾਂ awestruck ਜਾਂ surprised, ਅਸੀਂ ਬਹੁਤ ਹੈਰਾਨ ਰਹਿ ਗਏ ਸੀ। As the view inside the fort resembled a fair, ਕਿਉਂਕਿ ਜਿਹੜਾ ਫੇਅਰ ਵਰਗਾ ਵਿਊ ਸੀਗਾ ਇਸ ਫੋਰਟ ਦੇ ਅੰਦਰ, ਉਸ ਕਿਲੇ ਦੇ ਅੰਦਰ ਇੱਕ ਮੇਲੇ ਵਰਗਾ ਵਿਊ ਸੀਗਾ, ਕਹਿ ਲਓ ਫੇਅਰ ਮੇਲਾ। Okay, there are numerous shops and stalls in the fort that sells various products. ਬਹੁਤ ਸਾਰੀਆਂ ਸ਼ਾਪਸ ਨੇਗੀਆਂ ਤੇ ਬਹੁਤ ਸਾਰੀਆਂ ਸਟਾਲਸ ਨੇਗੀਆਂ ਫੋਰਟ ਦੇ ਅੰਦਰ ਜਿਹੜੀਆਂ ਕਿ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟਸ ਨੇ ਜਿਹੜੇ ਉਹ ਸੈਲ ਕਰਦੀਆਂ ਨੇਗੀਆਂ। ranging from ਮਤਲਬ ਇੱਥੋਂ ਲੈ ਕੇ ਇੱਥੋਂ ਤੱਕ ਇਸ ਤਰ੍ਹਾਂ ਦੇ ਪ੍ਰੋਡਕਟਸ ਆ ਜਿਹੜੇ ਉਹ ਮਿਲਦੇ ਆ। ranging from handicrafts and traditional clothes, ਰਵਾਇਤੀ ਜਿਹੜਾ ਪਹਿਰਾਵਾ ਹੈ ਰਾਜਸਥਾਨ ਦਾ ਉਹ ਤੋਂ ਜਿਹੇ ਕੱਪੜੇ, to artificial ਜਾਂ ਫਿਰ imitation jewelry, ਜਿਹੜੀ artificial jewelry ਹੁੰਦੀ ਹੈਗੀ ਉਹਨੂੰ ਜਾਂ ਤਾਂ artificial jewelry ਕਹਿ ਸਕਦੇ ਹੋ ਜਾਂ ਫਿਰ imitation jewelry। imitation ਦਾ ਮਤਲਬ ਹੁੰਦਾ imitate ਕਰਨਾ, ਹੁੰਦਾ ਕਾਪੀ ਕਰਨਾ। okay, imitation jewelry and accessories ਹੋਰ ਜਿਹੜੀਆਂ ਛੋਟੀਆਂ-ਮੋਟੀਆਂ ਚੀਜ਼ਾਂ ਮਿਲਦੀਆਂ ਨੇਗੀਆਂ। The fort has several eateries, restaurant ਵੀ ਕਹਿ ਸਕਦੇ ਹੋਗੇ, ਉਸ ਦੇ ਦੂਸਰਾ ਵਰਡ ਹੈਗਾ eateries। okay, ਫੋਰਟ ਦੇ ਅੰਦਰ ਹੀ ਬਹੁਤ ਸਾਰੀਆਂ ਈਟਰੀਜ਼ ਨੇ, ਮਤਲਬ ਖਾਣ ਪੀਣ ਦੀਆਂ ਦੁਕਾਨਾਂ ਨੇਗੀਆਂ, ਰੈਸਟੋਰੈਂਟਸ ਨੇਗੇ, ਇਨਕਲੂਡਿੰਗ ਇਟਾਲੀਅਨ, ਫ੍ਰੈਂਚ ਐਂਡ ਨੇਟਿਵ ਕੁਜ਼ੀਨਸ। ਉੱਥੇ ਇਟਾਲੀਅਨ ਕੁਜ਼ੀਨਸ ਦੀਆਂ ਸ਼ਾਪਸ ਵੀ ਨੇ, ਰੈਸਟੋਰੈਂਟ ਨੇਗੇ, ਉੱਥੇ ਫ੍ਰੈਂਚ ਕੁਜ਼ੀਨਸ ਵੀ ਮਿਲਦੇ ਹੈਗੇ, ਤੇ ਉੱਥੇ ਦੇ ਨੇਟਿਵ ਕੁਜ਼ੀਨ ਮਤਲਬ ਜਿਹੜੇ ਰਾਜਸਥਾਨੀ ਡਿਸ਼ਜ਼ ਹੈਗੀਆਂ ਉੱਥੇ ਦੀਆਂ ਨੇਟਿਵ, ਉਹ ਵੀ ਮਿਲਦੀਆਂ ਨੇ। ਦ ਫੋਰਟ ਇਜ਼ ਸੋ ਹਿਮੰਗਸ ਜਾਂ ਹਿਊਜ, ਬਹੁਤ ਵੱਡਾ ਮਤਲਬ ਇੰਨਾ, ਏਰੀਆ ਦੇ ਤੌਰ ਤੇ ਉਹ ਫੋਰਟ ਇੰਨਾ ਜ਼ਿਆਦਾ ਵੱਡਾ ਹੈਗਾ that even after roaming for about 3 hours, ਤਕਰੀਬਨ 3 ਘੰਟੇ ਘੁੰਮਣ ਤੋਂ ਬਾਅਦ ਵੀ we couldn't see the whole fort and we got tired as well। ਤਕਰੀਬਨ 3 ਘੰਟੇ ਘੁੰਮਣ ਤੋਂ ਬਾਅਦ ਵੀ ਅਸੀਂ ਪੂਰਾ ਫੋਰਟ ਨਹੀਂ ਦੇਖ ਸਕੇ ਤੇ ਅਸੀਂ ਥੱਕ ਵੀ ਗਏ ਸੀਗੇ। There were tourists from various parts of India, ਅਲੱਗ-ਅਲੱਗ ਜਗ੍ਹਾ ਤੋਂ ਟੂਰਿਸਟ ਆਏ ਹੋਏ ਸੀਗੇ। okay, and international tourist as well, ਤੇ ਉੱਥੇ international tourist ਵੀ ਆਏ ਹੋਏ ਸੀਗੇ। We tried some traditional Rajasthani snacks, ਅਸੀਂ ਉੱਥੇ ਕੁਝ ਟ੍ਰੈਡੀਸ਼ਨਲ ਜਿਹੜੀਆਂ ਰਾਜਸਥਾਨੀ ਸਨੈਕਸ ਨੇਗੀਆਂ, ਕੁਝ ਉੱਥੋਂ ਦਾ ਰਵਾਇਤੀ ਖਾਣਾ ਹੈਗਾ ਜਿਹੜਾ, okay, ਉਹ ਟਰਾਈ ਕੀਤਾ at a popular local restaurant, ਇੱਕ ਬਹੁਤ ਪਪੂਲਰ ਉੱਥੋਂ ਦਾ ਲੋਕਲ ਰੈਸਟੋਰੈਂਟ ਸੀਗਾ, ਉੱਥੇ ਟਰਾਈ ਕੀਤਾ। Though spicy, ਜੇ ਤੁਸੀਂ ਕਦੇ ਰਾਜਸਥਾਨ ਗਏ ਹੋ ਜਾਂ ਰਾਜਸਥਾਨੀ ਖਾਣਾ ਖਾਧਾਗਾ ਤਾਂ ਆਈ ਗੈਸ ਤੁਹਾਨੂੰ ਪਤਾ ਹੋ ਕਿ ਉਹ ਬਹੁਤ ਜ਼ਿਆਦਾ ਸਪਾਈਸੀ ਖਾਂਦੇ ਆ ਰਾਜਸਥਾਨ ਦੇ ਵਿੱਚ, ਤੇ ਉਹਨਾਂ ਦਾ ਫੂਡ ਮੋਸਟਲੀ ਸਪਾਈਸੀ ਹੁੰਦਾ। ਸੋ ਹਾਲਾਂਕਿ ਉਹ ਕਾਫੀ ਸਪਾਈਸੀ ਸੀਗਾ ਫੂਡ, ਦ ਸਨੈਕਸ ਵਰ ਟੇਸਟੀ, ਪਰ ਫਿਰ ਵੀ ਉਹ ਟੇਸਟੀ ਸੀ। ਓਕੇ, ਨੈਕਸਟ ਬੜੀ ਪੈਰਾਗ੍ਰਾਫ, ਵੀ ਆਲਸੋ ਸਾ ਸੈਵਰਲ ਟ੍ਰੈਡੀਸ਼ਨਲ ਫੁੱਟਵੀਅਰਸ, ਅਸੀਂ ਬਹੁਤ ਸਾਰੇ ਟ੍ਰੈਡੀਸ਼ਨਲ ਫੁੱਟਵੀਅਰ ਵੀ ਦੇਖੇ ਉੱਥੇ। ਓਕੇ, ਕਲੋਥਸ ਐਂਡ ਅਦਰ ਹੈਂਡੀਕ੍ਰਾਫਟ ਆਈਟਮਸ, ਤੇ ਹੋਰ ਹੈਂਡੀਕ੍ਰਾਫਟ ਆਈਟਮਸ ਦੇਖੀਆਂ that had ਰਾਜਸਥਾਨੀ ਐਮਬਰਾਇਡਰੀ on them, ਤੇ ਜਿਨ੍ਹਾਂ ਦੇ ਉੱਪਰ ਰਾਜਸਥਾਨੀ ਐਮਬਰਾਇਡਰੀ ਸੀਗੀ, ਮਤਲਬ ਕਢਾਈ ਕੀਤੀ ਹੋਈ ਸੀਗੀ ਜਾਂ ਮੀਨਾਕਾਰੀ ਕੀਤੀ ਹੋਈ ਸੀ ਰਾਜਸਥਾਨੀ। ਆਫਟਰ ਸਮ ਵਿੰਡੋ ਸ਼ਾਪਿੰਗ ਹੈਗਾ, ਤੁਹਾਨੂੰ ਪਤਾ ਹੀ ਹੋਊਗਾ, ਕੁਝ ਮਤਲਬ ਜਦੋਂ ਆਪਾਂ ਕੁਝ ਖਰੀਦਣਾ ਨਹੀਂ ਹੁੰਦਾ, ਬਸ ਆਪਾਂ ਦੇਖਦੇ ਰਹਿੰਦੇ ਹੈਗੇ। ਸੋ ਅਸੀਂ ਉੱਥੇ ਕਾਫੀ ਕੁਝ ਦੇਖਿਆ ਕਿਉਂਕਿ ਸਾਡਾ ਇਸ ਸੱਚ ਕੋਈ ਪੱਕਾ ਖਰੀਦਣ ਦਾ ਮਨ ਨਹੀਂ ਸੀਗਾ। ਸੋ ਆਫਟਰ ਸਮ ਵਿੰਡੋ ਸ਼ਾਪਿੰਗ, ਕੁਝ ਵਿੰਡੋ ਸ਼ਾਪਿੰਗ ਕਰਨ ਤੋਂ ਬਾਅਦ, ਵੀ ਇਨਕੁਆਇਰਡ ਅਬਾਊਟ ਦ ਪ੍ਰਾਈਸ ਆਫ ਸਮ ਸਮਾਲ ਵੁਡਨ, ਅਸੀਂ ਇਨਕੁਆਇਰ ਕੀਤਾ, ਪਤਾ ਕੀਤਾ ਪ੍ਰਾਈਸ ਕੁਝ ਸਮਾਲ ਵੁਡਨ ਸਕਲਪਚਰਸ, ਜਿਹੜੇ ਕੁਝ ਸਕਲਪਚਰ ਸੀਗੇ, ਕੁਝ ਮੂਰਤੀਆਂ ਕਹਿ ਸਕਦੇ ਹੋ ਇੱਕ ਤਰੀਕੇ ਨਾਲ ਸਕਲਪਚਰਸ ਨੂੰ। ਓਕੇ, ਜਿਹੜੇ ਵੁੱਡ ਦੇ ਬਣੇ ਹੋਏ ਕੁਝ ਸਕਲਪਚਰ ਸੀਗੇ। ਐਜ਼ ਇਟ ਸੀਮ ਟੂ ਅਸ ਦੈਟ ਦ ਸੈਲਰਸ ਵਰ ਟਰਾਈਂਗ ਟੂ ਓਵਰਚਾਰਜ ਦ ਟੂਰਿਸਟਸ, ਤੇ ਸਾਨੂੰ ਇਹ ਐਵੇਂ ਲੱਗਿਆ ਜਦੋਂ ਅਸੀਂ ਪ੍ਰਾਈਸ ਪਤਾ ਕੀਤਾ ਤਾਂ ਸਾਨੂੰ ਐਵੇਂ ਲੱਗਿਆ ਕਿ ਜਿਹੜੇ ਸੈਲਰਸ ਹੈਗੇ ਉੱਥੋਂ ਦੇ ਵੇਚਣ ਵਾਲੇ ਜਿਹੜੇ, ਉਹ ਓਵਰਚਾਰਜ ਕਰਨ ਦੀ ਕੋਸ਼ਿਸ਼ ਕਰਦੇ ਆ ਟੂਰਿਸਟ ਨੂੰ, ਬਿਕੋਜ਼ ਦ ਮੈਜੋਰਿਟੀ ਆਫ ਬਾਇਰਸ ਆਰ ਟੂਰਿਸਟ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਜਿਹੜੇ ਜ਼ਿਆਦਾਤਰ ਖਰੀਦਣ ਵਾਲੇ ਲੋਕ ਆ ਉਹ ਟੂਰਿਸਟ ਹੀ ਹੈਗੇ, ਕਿ ਉਹ ਬਾਹਰੋਂ ਆਏ ਹੁੰਦੇ ਆ। ਤੇ ਹਰੇਕ ਜ਼ਿਆਦਾਤਰ ਜਗ੍ਹਾ ਦੇ ਉੱਪਰ, ਕੋਈ ਵੀ ਟੂਰਿਸਟ ਡੈਸਟੀਨੇਸ਼ਨ ਦੇ ਉੱਪਰ ਤੁਸੀਂ ਜਾਓਗੇ ਤਾਂ ਉਹਨੂੰ ਦੇਖਣ ਨੂੰ ਮਿਲੂਗਾ ਕਿ ਕਈ ਵਾਰ ਲੋਕਲ ਲੋਕ, ਸਾਰੇ ਨਹੀਂ ਪਰ ਹਾਂ ਕਈ ਵਾਰ ਕੁਝ ਲੋਕ ਹੁੰਦੇ ਆ ਕਿ ਜਿਹੜੇ ਟੂਰਿਸਟ ਨੂੰ ਜ਼ਿਆਦਾ ਚਾਰਜ ਕਰਨ ਦੀ ਕੋਸ਼ਿਸ਼ ਕਰਦੇ ਆ, ਜ਼ਿਆਦਾ ਪੈਸੇ ਕਿਸੇ ਵੀ ਸਰਵਿਸ ਜਾਂ ਕਿਸੇ ਵੀ ਚੀਜ਼ ਲਈ ਲੈਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹਨਾਂ ਕੋਲ ਪੈਸਾ ਬਹੁਤ ਹੈ ਜਾਂ ਇਹਨਾਂ ਨੂੰ ਲੁੱਟਿਆ ਜਾ ਸਕਦਾ ਹੈਗਾ। ਓਕੇ, who have no idea of the price of such products. So sellers try to overcharge the tourist because the majority of buyers are tourists. So who have no idea of the price of such products, ਜਿਨ੍ਹਾਂ ਨੂੰ ਕੋਈ ਵੀ ਆਈਡੀਆ ਨਹੀਂ ਹੁੰਦਾ ਇਹੋ ਜਿਹੇ ਪ੍ਰੋਡਕਟਸ ਦੇ ਪ੍ਰਾਈਸ ਦਾ। ਫਾਈਨਲੀ ਆਫਟਰ ਸਮ ਬਾਰਗੇਨਿੰਗ, ਤਾਂ ਫਿਰ ਕੁਝ ਬਾਰਗੇਨਿੰਗ ਕਰਨ ਤੋਂ ਬਾਅਦ, ਮਤਲਬ ਉਹਨਾਂ ਨੂੰ ਅਸੀਂ ਕਿਹਾ ਕਿ ਪੈਸੇ ਘੱਟ ਕਰੋ, ਰੇਟ ਘੱਟ ਕਰੋ, ਦੈਟ ਇਜ਼ ਬਾਰਗੇਨਿੰਗ। ਵੀ ਬੌਟ ਅ ਸਮਾਲ, ਅਸੀਂ ਇੱਕ ਛੋਟਾ ਜਿਹਾ, ਹੁਣ ਆਹ ਇਮੇਜ ਜ਼ਰੂਰ ਧਿਆਨ ਨਾਲ ਦੇਖ ਲਓ ਪਲੀਜ਼, ਇਹੀ ਚੀਜ਼ ਹੈ ਜਿਹੜੀ ਆਪਾਂ ਖਰੀਦੀ ਸੀਗੀ। ਓਕੇ, ਇਹ ਮੈਂ ਅੱਗੇ ਐਕਸਪਲੇਨ ਕਰ ਰਿਹਾ ਇਹਨੂੰ ਆਪਾਂ ਕੀ ਕਵਾਂਗੇ, ਪਰ ਇਹ ਦੋ ਚੀਜ਼ਾਂ ਨੇ ਕਹਿ ਲਓ ਜਿਹੜੀਆਂ ਆਪਾਂ ਉਸ ਮਾਰਕੀਟ ਚੋਂ ਖਰੀਦੀਆਂ। ਓਕੇ, ਵੀ ਬੌਟ ਅ ਸਮਾਲ
wooden handicraft of an elephant and a camel as they appealed to me the most, ਕਿਉਂਕਿ ਮੈਨੂੰ ਉੱਥੇ ਸਭ ਤੋਂ ਸੋਹਣੇ ਲੱਗੇ ਸੀਗੇ। ਸੋ ਇੱਕ ਸਮਾਲ ਵੁਡਨ ਹੈਂਡੀਕ੍ਰਾਫਟ ਆ ਜਿਹੜਾ ਆਪਾਂ ਖਰੀਦਿਆ ਸੀਗਾ, ਇੱਕ ਕੈਮਲ ਦਾ ਤੇ ਇੱਕ ਐਲੀਫੈਂਟ ਦਾ। ਤੁਸੀਂ ਭਾਵੇਂ ਇੱਕ ਦਾ ਕਹਿ ਦਿਓ ਭਾਵੇਂ ਦੋਨਾਂ ਦਾ ਕਹਿ ਦਿਓ, ਠੀਕ ਹੈ। ਤੇ ਇਹ ਮੈਂ ਇਸ ਕਰਕੇ ਲਿਖਿਆ ਹੈਗਾ ਕਿਉਂਕਿ ਹੈਂਡੀਕ੍ਰਾਫਟ ਦੀ ਆਈਟਮ ਹੈਗੀ ਜਿਹੜੀ ਇਹ ਜਨਰਲ ਨਿਊਟਰਲ ਹੈ, ਮਤਲਬ ਇਹਨੂੰ ਲੜਕੀਆਂ ਵੀ ਕਹਿ ਸਕਦੇ ਆ ਜਾਂ ਲੜਕੇ ਵੀ ਕਹਿ ਸਕਦੇ, ਦੋਨੇ ਹੀ ਆਪਦੇ ਕਿਊ ਕਾਰਡ ਦੇ ਵਿੱਚ ਯੂਜ਼ ਕਰ ਸਕਦੇ ਹੈਗੇ। ਇਸੇ ਕਰਕੇ ਹੀ ਮੈਂ ਇਹ ਹੈਂਡੀਕ੍ਰਾਫਟ ਦੀ ਇਹੋ ਜਿਹੀ ਆਈਟਮ ਪਿਕ ਕੀਤੀ ਹੈ ਕਿ ਮੈਂ ਅਸੀਂ ਇਹ ਖਰੀਦਿਆ ਸੀਗਾ। ਓਕੇ, ਲੈਟਸ ਪ੍ਰੋਸੀਡ ਫਰਦਰ। They were so finely carved, ਮਤਲਬ ਜਿਹੜੇ ਹੈਂਡੀਕ੍ਰਾਫਟ ਹੈਗੇ, ਜਿਹੜੀ ਇਹ ਦੋ ਹੈਂਡੀਕ੍ਰਾਫਟ ਆਪਾਂ ਖਰੀਦੇ ਸੀਗੇ, they were so finely carved, ਮਤਲਬ ਉਹਨਾਂ ਦੇ ਉੱਪਰ ਜਿਹੜੀ ਮੀਨਾਕਾਰੀ ਜਾਂ ਨਕਾਸ਼ੀ ਸੀਗੀ ਉਹ ਇੰਨੀ ਜ਼ਿਆਦਾ ਵਧੀਆ ਤਰੀਕੇ ਨਾਲ ਕੀਤੀ ਹੋਈ ਸੀਗੀ that one would get mesmerized with the art and skill of the craftsman, ਕਿ ਜਿਹੜਾ ਬੰਦਾ ਹੈਗਾ ਉਹ ਇੱਕ ਤਰੀਕੇ ਨਾਲ ਮੋਹਿਆ ਜਾਂਦਾ ਹੈਗਾ, ਮੈਸਮਰਾਈਜ਼ਡ, ਅਟਰੈਕਟ ਹੋ ਜਾਂਦਾ, ਬਹੁਤ ਜ਼ਿਆਦਾ ਅਟਰੈਕਟ ਹੋ ਜਾਂਦਾ ਹੈਗਾ ਕਿਹਦੇ ਪ੍ਰਤੀ? ਉਹਨਾਂ ਦੀ ਆਰਟ ਦੇ ਪ੍ਰਤੀ, ਉਹਨਾਂ ਦੀ ਕਲਾ ਦੇ ਪ੍ਰਤੀ। ਤੇ ਸਕਿੱਲ ਹੈਗੀ ਜਿਹੜੀ ਕਰਾਫਟਸਮੈਨ ਦੀ, ਕਿਉਂਕਿ ਜਿਹੜਾ ਉਹਨਾਂ ਦੇ ਅੰਦਰ ਹੁਨਰ ਹੈਗਾ, ਕਰਾਫਟਸਮੈਨ ਜਿਹੜੇ ਕਿ ਉਹਨਾਂ ਚੀਜ਼ਾਂ ਨੂੰ ਨਕਾਸ਼ੀ ਕਰਦੇ ਹੈਗੇ, ਠੀਕ ਹੈ, ਮੂਰਤੀਕਾਰ ਕਹਿ ਸਕਦੇ ਹੋ ਤੁਸੀਂ ਉਹਨਾਂ ਨੂੰ, ਤੇ ਉਹਨਾਂ ਦੀ ਜਿਹੜੀ ਹੁਨਰ ਹੈਗਾ ਉਹਦੇ ਵੱਲ ਅਟਰੈਕਟ ਹੁੰਦਾ ਹੈਗਾ। They were painted in golden and brown color, ਹੁਣ ਜਿਵੇਂ ਕਿ ਤੁਸੀਂ ਇਮੇਜ ਦੇ ਵਿੱਚ ਦੇਖ ਹੀ ਸਕਦੇ ਹੋ, ਇੱਕ 골ਡਨ ਹੈ ਤੇ ਇੱਕ ਬਰਾਊਨ ਹੈ। Okay, golden and brown color. I felt quite excited and elated to visit that market. ਮੈਂ ਬਹੁਤ ਜ਼ਿਆਦਾ ਐਕਸਾਈਟਡ ਫੀਲ ਕੀਤਾ ਤੇ ਇਲੇਟਡ ਮਤਲਬ ਕਾਫੀ ਜ਼ਿਆਦਾ ਖੁਸ਼ ਸੀਗਾ ਤੇ ਸੈਟਿਸਫਾਈਡ ਵੀ ਸੀਗਾ। ਖੁਸ਼ੀ ਤੇ ਸੈਟਿਸਫੈਕਸ਼ਨ ਦੀ ਜਿਹੜੀ ਮਿਕਸ ਜਿਹੀ ਫੀਲਿੰਗ ਹੁੰਦੀ ਹੈ ਉਹਨੂੰ ਆਪਾਂ ਕਹਿ ਦਿੰਦੇ ਹਾਂ ਇਲੇਟਡ। To visit that market in a fort as it was an experience of a lifetime for me, ਤੇ ਇਹ ਮੇਰੇ ਲਈ ਇੱਕ ਲਾਈਫਟਾਈਮ ਦਾ ਐਕਸਪੀਰੀਅੰਸ ਸੀਗਾ। Those small sculptures are still kept on the shelf of my living room. ਉਹ ਜਿਹੜੇ ਛੋਟੇ ਛੋਟੇ ਸਕਲਪਚਰ ਹੈਗੇ ਉਹ ਹਜੇ ਵੀ ਮੇਰੇ ਲਿਵਿੰਗ ਰੂਮ ਦੇ ਵਿੱਚ ਪਏ ਹੈਗੇ। ਐਂਡ ਦੇ ਆਫਨ ਰਿਮਾਈਂਡ ਮੀ ਆਫ ਦੈਟ ਯੂਨੀਕ ਸਟਰੀਟ ਮਾਰਕੀਟ, ਤੇ ਉਹ ਮੈਨੂੰ ਹਜੇ ਵੀ ਜਿਹੜਾ ਹੈਗਾ ਸਟਰੀਟ ਮਾਰਕੀਟ ਦੀ ਯਾਦ ਦਿਵਾਉਂਦੇ ਹੈਗੇ, ਉਹ ਸਟਰੀਟ ਮਾਰਕੀਟ ਦੀ। ਸੋ ਦਿਸ ਵਾਜ਼ ਦ ਸਟਰੀਟ ਮਾਰਕੀਟ ਦੈਟ ਆਈ ਵਿਜ਼ਿਟਡ, ਤੇ ਇਹ ਹੈ ਜਿਹੜੀ ਸਟਰੀਟ ਮਾਰਕੀਟ ਜਿਹਦੇ ਵਿੱਚ ਮੈਂ ਵਿਜ਼ਿਟ ਕੀਤਾ ਸੀਗਾ। ਓਕੇ, ਸੋ ਦੈਟ ਵਾਜ਼ ਆਲ ਅਬਾਊਟ ਦ ਸਟਰੀਟ ਮਾਰਕੀਟ। ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਆਈ ਹੋਊਗੀ। ਇਹਦੀ PDF ਹੈਗੀ ਜਿਹੜੀ ਕਿਊ ਕਾਰਡ ਸੀ ਉਹ ਰੈਡੀ ਹੈਗੀ। ਇਫ ਯੂ ਗਾਇਜ਼ ਵਾਂਟ ਟੂ ਹੈਵ ਦੈਟ PDF, let me know, message me or comment me, or you have my number, contact me over here and I'll provide you. Okay, and keep on practicing guys, ਬਹੁਤ ਜ਼ਰੂਰੀ ਹੈ ਪ੍ਰੈਕਟਿਸ। ਜਿੰਨਾ ਵੱਧ ਤੋਂ ਵੱਧ ਇਸ ਕਿਊ ਕਾਰਡ ਨੂੰ ਮਨ ਦੇ ਵਿੱਚ ਬੋਲ ਕੇ ਵੇਖੋਗੇ, ਕਿਸੇ ਦੇ ਸਾਹਮਣੇ ਬੋਲ ਕੇ ਵੇਖੋਗੇ, ਓਨਾ ਹੀ ਜ਼ਿਆਦਾ ਤੁਹਾਡੀ ਸਪੀਕਿੰਗ ਹੈ ਜਿਹੜੀ ਉਹ ਇੰਪਰੂਵ ਹੋਊਗੀ। ਸਪੀਕਿੰਗ ਨੂੰ ਇੰਪਰੂਵ ਕਰਨ ਲਈ ਇੱਕੋ ਹੀ ਕੰਮ ਹੈ, ਬੋਲਣਾ ਸ਼ੁਰੂ ਕਰੋ, ਬੋਲਣਾ ਸ਼ੁਰੂ ਕਰੋ। Please keep on speaking in English, only then you can improve your speaking. All the best guys, keep on practicing, ਤੇ ਮੈਂ ਹੋਰ ਵੀ ਬਹੁਤ ਸਾਰਾ ਸਟੱਫ ਲੈ ਕੇ ਆਉਂਗਾ, and don't forget to subscribe my channel.